ਮੇਰੇ ਪਤੀ ਮੇਰੇ ਲਈ ਹਰ ਰੋਜ਼ ਜਲੇਬੀ ਲੈ ਕੇ ਆਉਂਦੇ ਸੀ ਤੇ ਮੈਂ ਉਹਨੂੰ ਬਹੁਤ ਚਾਅ ਨਾਲ ਖਾਂਦੀ ਸੀ। ਪਰ ਉਸ ਨਾਲ ਮੈਨੂੰ ਛੇਤੀ ਹੀ ਨੀਂਦ ਆ ਜਾਂਦੀ ਤੇ ਮੇਰੀ ਸਵੇਰੇ ਅੱਖ ਖੁੱਲ੍ਹਦੀ ਤਾਂ ਮੇਰੇ ਕੱਪੜੇ ਗਿੱਲੇ ਹੁੰਦੇ ਸੀ। ਇੱਕ ਦਿਨ ਮੈਂ ਜਲੇਬੀ ਨਹੀਂ ਖਾਧੀ ਤੇ ਉਸ ਨੂੰ ਸੁੱਟ ਦਿੱਤਾ ਤੇ ਸੌਣ ਦਾ ਨਾਟਕ ਕੀਤਾ। ਤੇ ਫਿਰ ਮੇਰੇ ਪਤੀ ਨੇ ਮੇਰੇ ਨਾਲ ਜੋ ਕੀਤਾ ਉਸ ਨੂੰ ਸੁਣ ਕੇ ਤਾਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ, ਕਿਉਂਕਿ ਮੈਂ ਇੱਕ ਪਿੰਡ ਦੀ ਕੁੜੀ ਹਾਂ ਤੇ ਮੇਰਾ ਵਿਆਹ ਸ਼ਹਿਰ ਦੇ ਮੁੰਡੇ ਅਮਿਤ ਨਾਲ ਹੋਇਆ। ਮੈਂ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਦੇਖੇ ਸਨ। ਵਿਆਹ ਵਾਲੀ ਰਾਤ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ। ਅਮਿਤ ਕਮਰੇ ਵਿੱਚ ਆਏ ਤੇ ਮੇਰੇ ਕੋਲ ਬੈਠ ਗਏ ਤੇ ਮੇਰਾ ਹੱਥ ਫੜ ਕੇ ਕਹਿਣ ਲੱਗੇ, ਤੂੰ ਬਹੁਤ ਖੂਬਸੂਰਤ ਹੈ। ਅਮਿਤ ਦੇ ਇਹਨਾਂ ਸ਼ਬਦਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ ਸੀ ਤੇ ਮੈਂ ਖੁਦ ਨੂੰ ਹਵਾਵਾਂ ਵਿੱਚ ਉੱਡਦੀ ਮਹਿਸੂਸ ਕਰ ਰਹੀ ਸੀ। ਅਮਿਤ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੈਨੂੰ ਲੱਗਿਆ ਕਿ ਉਹ ਮੈਨੂੰ ਮੂੰਹ ਦਿਖਾਈ ਦਾ ਗਿਫਟ ਦੇਣਗੇ, ਪਰ ਜਦ ਉਸਨੇ ਜੇਬ 'ਚੋਂ ਹੱਥ ਕੱਢਿਆ ਤਾਂ ਮੈਂ ਹੈਰਾਨ ਰਹਿ ਗਈ। ਉਸਦੇ ਹੱਥ ਵਿੱਚ ਜਲੇਬੀਆਂ ਵਾਲਾ ਲਿਫਾਫਾ ਸੀ ਤੇ ਉਸਨੇ ਲਿਫਾਫਾ ਖੋਲ੍ਹਿਆ ਤੇ ਕਿਹਾ ਕਿ ਵਿਆਹ ਵਾਲੀ ਰਾਤ ਸਭ ਤੋਂ ਪਹਿਲਾਂ ਮੈਂ ਤੈਨੂੰ ਆਪਣੇ ਹੱਥ ਨਾਲ ਮਿੱਠਾ ਖਿਲਾਵਾਂਗਾ। ਅਮਿਤ ਨੇ ਕਿਹਾ ਕਿ ਮੈਂ ਖਾਸ ਤੇਰੇ ਲਈ ਸ਼ਹਿਰ ਤੋਂ ਜਲੇਬੀ ਬਣਵਾ ਕੇ ਲਿਆਇਆ ਹਾਂ। ਅਮਿਤ ਨੇ ਬੜੇ ਪਿਆਰ ਨਾਲ ਜਲੇਬੀ ਮੇਰੇ ਮੂੰਹ ਵਿੱਚ ਪਾਈ ਤਾਂ ਮੈਂ ਵੀ ਖੁਸ਼ੀ-ਖੁਸ਼ੀ ਖਾ ਲਈ। ਜਲੇਬੀ ਬਹੁਤ ਹੀ ਸਵਾਦ ਸੀ। ਇਸ ਤੋਂ ਬਾਅਦ ਅਮਿਤ ਗੱਲਾਂ ਕਰਨ ਲੱਗਾ, ਪਰ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ ਤੇ ਮੈਂ ਬਿਲਕੁਲ ਹੀ ਹੋਸ਼ ਵਿੱਚ ਨਾ ਰਹੀ। ਜਦ ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ 11 ਵੱਜ ਚੁੱਕੇ ਸੀ ਤੇ ਮੇਰੇ ਕੱਪੜੇ ਵੀ ਗਿੱਲੇ ਸਨ। ਮੈਂ ਹੈਰਾਨ ਸੀ ਕਿ ਇਸ ਰਾਤ ਦਾ ਮੈਂ ਇੱਕ-ਇੱਕ ਪਲ ਦਾ ਇੰਤਜ਼ਾਰ ਕੀਤਾ ਸੀ ਤਾਂ ਮੈਂ ਕਿਵੇਂ ਸੌਂ ਸਕਦੀ ਸੀ। ਫਿਰ ਮੈਨੂੰ ਅਮਿਤ ਦਾ ਖਿਆਲ ਆਇਆ ਕਿ ਉਹ ਪਤਾ ਨਹੀਂ ਮੇਰੇ ਬਾਰੇ ਕੀ ਸੋਚਦੇ ਹੋਣਗੇ। ਕੱਪੜੇ ਕਿਸ ਤਰ੍ਹਾਂ ਗਿੱਲੇ ਹੋ ਗਏ। ਮੈਂ ਛੇਤੀ ਦੇ ਕੇ ਉੱਠੀ ਤੇ ਨਹਾ ਧੋ ਕੇ ਤਿਆਰ ਹੋ ਗਈ। ਐਨੇ ਨੂੰ ਅਮਿਤ ਵੀ ਕਮਰੇ ਵਿੱਚ ਆ ਗਏ ਸੀ। ਉਹ ਬਹੁਤ ਗੁੱਸੇ ਲੱਗ ਰਹੇ ਸੀ। ਮੈਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਨਾਲ ਨਾ ਬੋਲੇ। ਅਮਿਤ ਦੇ ਕਮਰੇ ਵਿੱਚੋਂ ਜਾਣ ਤੋਂ ਬਾਅਦ ਮੇਰੀ ਸੱਸ ਮੇਰੇ ਕੋਲ ਆਈ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਮੈਨੂੰ ਪੁੱਛਣ ਲੱਗੀ ਕਿ ਕੀ ਹੋਇਆ ਬਹੂ। ਮੈਂ ਕਿਹਾ ਕਿ ਮੈਂ ਅਮਿਤ ਨੂੰ ਨਾਰਾਜ਼ ਕਰ ਦਿੱਤਾ ਹੈ। ਤਾਂ ਮੇਰੀ ਸੱਸ ਬੋਲੀ ਕਿ ਮੈਂ ਹੁਣੇ ਉਸ ਨੂੰ ਪੁੱਛਦੀ ਹਾਂ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਨਾ ਪੁੱਛਿਓ, ਉਹ ਮੇਰੇ ਨਾਲ ਹੋਰ ਨਾਰਾਜ਼ ਹੋ ਜਾਣਗੇ। ਇਹ ਗੱਲ ਸੁਣ ਕੇ ਮੇਰੀ ਸੱਸ ਚੁੱਪ ਹੋ ਗਈ ਸੀ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਇਆ ਕਰ। ਉਸ ਦਾ ਸੁਭਾਅ ਹੀ ਅਜਿਹਾ ਹੈ, ਤੈਨੂੰ ਹੌਲੀ-ਹੌਲੀ ਉਸਦੇ ਸੁਭਾਅ ਬਾਰੇ ਪਤਾ ਲੱਗ ਜਾਵੇਗਾ। ਮੈਨੂੰ ਉਹਨਾਂ ਦੀ ਗੱਲ ਨਾਲ ਥੋੜ੍ਹਾ ਠੀਕ ਮਹਿਸੂਸ ਹੋਇਆ। ਮੈਂ ਆਪਣੇ ਮਾਂ-ਬਾਪ ਦੀ ਲਾਡਲੀ ਧੀ ਸੀ ਤੇ ਮੇਰੀ ਸੱਸ ਵੀ ਮੈਨੂੰ ਬਹੁਤ ਲਾਡ ਕਰਦੀ ਸੀ ਕਿਉਂਕਿ ਉਹ ਮੇਰੀ ਮਾਂ ਦੀ ਸਹੇਲੀ ਸੀ। ਮੇਰੇ ਪਤੀ ਸ਼ਹਿਰ ਵਿੱਚ ਹੀ ਨੌਕਰੀ ਕਰਦੇ ਸਨ ਤੇ ਉਹਨਾਂ ਦੀ ਕਮਾਈ ਨਾਲ ਹੀ ਮੇਰੀ ਸੱਸ ਨੇ ਪਿੰਡ ਵਿੱਚ ਵਧੀਆ ਘਰ ਪਾ ਲਿਆ ਸੀ, ਪਰ ਉਹ ਰਹਿੰਦੇ ਸ਼ਹਿਰ ਵਿੱਚ ਸਨ। ਪਿੰਡ ਕਦੇ-ਕਦੇ ਗੇੜਾ ਮਾਰਦੇ ਸਨ। ਮੈਨੂੰ ਸ਼ੁਰੂ ਤੋਂ ਹੀ ਸ਼ਹਿਰ ਵਿੱਚ ਰਹਿਣ ਦਾ ਬਹੁਤ ਸ਼ੌਂਕ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰਾ ਹੋਣ ਵਾਲਾ ਪਤੀ ਵੀ ਹੀਰੋ ਦੀ ਤਰ੍ਹਾਂ ਸ਼ਹਿਰੀ ਬਣ ਗਿਆ ਹੈ। ਉਹਨਾਂ ਨੇ ਸਾਡੇ ਵਿਆਹ ਨੂੰ 1 ਸਾਲ ਦਾ ਵਕਤ ਦਿੱਤਾ ਸੀ। ਇਹ 1 ਸਾਲ ਦਾ ਟਾਈਮ ਮੈਂ ਸੁਪਨੇ ਬੁਣਨ ਵਿੱਚ ਹੀ ਲਗਾ ਦਿੱਤਾ, ਪਰ ਮੈਨੂੰ ਕੀ ਪਤਾ ਸੀ ਕਿ ਇੱਕ ਦਿਨ ਮੇਰੇ ਸਾਰੇ ਸੁਪਨੇ ਮਿੱਟੀ ਦਾ ਢੇਰ ਹੋ ਜਾਣਗੇ। ਕੁਝ ਦਿਨਾਂ ਬਾਅਦ ਮੇਰਾ ਤੇ ਅਮਿਤ ਦਾ ਵਿਆਹ ਰਸਮਾਂ ਰਿਵਾਜਾਂ ਤੇ ਪੂਰੇ ਧੂਮਧਾਮ ਨਾਲ ਹੋਇਆ। ਮੈਂ ਅਮਿਤ ਨਾਲ ਵਿਦਾ ਹੋ ਕੇ ਉਹਨਾਂ ਦੇ ਪਿੰਡ ਆ ਗਈ। ਮੇਰੀ ਸੱਸ ਨੇ ਮੇਰਾ ਬਹੁਤ ਹੀ ਵਧੀਆ ਵੈਲਕਮ ਕੀਤਾ ਸੀ, ਪਰ ਵਿਆਹ ਵਾਲੀ ਰਾਤ ਸੌਂ ਜਾਣ ਕਰਕੇ ਅਮਿਤ ਮੇਰੇ ਨਾਲ ਨਾਰਾਜ਼ ਸਨ। ਮੈਂ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਰਹੀ ਪਰ ਪੂਰਾ ਦਿਨ ਉਹਨਾਂ ਨੇ ਮੇਰੇ ਨਾਲ ਗੱਲ ਨਾ ਕੀਤੀ। ਉਹਨਾਂ ਨੇ ਸਾਰਾ ਦਿਨ ਛੱਤ 'ਤੇ ਗੁਜ਼ਾਰਿਆ ਤੇ ਸਾਡੇ ਪਿੰਡ ਵਿੱਚ ਔਰਤਾਂ ਦਾ ਛੱਤ 'ਤੇ ਜਾਣਾ ਮਨ੍ਹਾ ਸੀ, ਇਸ ਲਈ ਮੈਂ ਉਹਨਾਂ ਦੇ ਪਿੱਛੇ ਛੱਤ 'ਤੇ ਨਾ ਜਾ ਸਕੀ। ਰਾਤ ਸਮੇਂ ਅਮਿਤ ਖੁਦ ਹੀ ਮੇਰੇ ਕਮਰੇ ਵਿੱਚ ਆ ਗਏ। ਸਾਰਾ ਦਿਨ ਰੋ-ਰੋ ਕੇ ਮੇਰੀਆਂ ਅੱਖਾਂ ਸੁੱਜ ਗਈਆਂ ਸਨ। ਉਹ ਮੇਰੇ ਕੋਲ ਬੈਠ ਗਏ ਤੇ ਕਹਿਣ ਲੱਗੇ ਕਿ ਮੈਨੂੰ ਮਾਫ਼ ਕਰ ਦੇ। ਮੈਂ ਗੁੱਸੇ ਵਿੱਚ ਆ ਗਿਆ ਸੀ। ਮੈਂ ਤੇਰੇ ਕੋਲ ਬੈਠਾ ਸੀ ਪਰ ਤੂੰ ਗਹਿਰੀ ਨੀਂਦ ਵਿੱਚ ਸੌਂ ਗਈ। ਮੈਨੂੰ ਪਤਾ ਸੀ ਕਿ ਗਲਤੀ ਮੇਰੀ ਸੀ, ਇਸ ਲਈ ਮੈਂ ਅਮਿਤ ਤੋਂ ਮਾਫ਼ੀ ਮੰਗੀ ਤੇ ਉਸ ਨੂੰ ਕਿਹਾ ਕਿ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਉਹ ਖੁਸ਼ ਹੋ ਗਿਆ ਤੇ ਮੇਰੇ ਲੰਬੇ ਵਾਲਾਂ ਦੀ ਤਾਰੀਫ਼ ਕਰਨ ਲੱਗਾ। ਮੈਂ ਹੈਰਾਨ ਸੀ ਕਿ ਇੰਨਾ ਨਾਰਾਜ਼ ਹੋਣ ਦੇ ਬਾਵਜੂਦ ਵੀ ਅਮਿਤ ਦਾ ਵਿਵਹਾਰ ਇੱਕਦਮ ਕਿਵੇਂ ਬਦਲ ਗਿਆ। ਅਮਿਤ ਨੇ ਫਿਰ ਜਲੇਬੀ ਕੱਢੀ ਤੇ ਮੇਰੇ ਮੂੰਹ ਵਿੱਚ ਪਾਈ ਤੇ ਪਿਆਰ ਭਰੀਆਂ ਗੱਲਾਂ ਕਰਨ ਲੱਗੇ। ਉਹਨਾਂ ਦੀਆਂ ਗੱਲਾਂ ਵਿੱਚ ਇੰਨੀ ਮਿਠਾਸ ਸੀ ਕਿ ਮੈਂ ਸ਼ਰਮਾ ਗਈ। ਅਮਿਤ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਮੈਨੂੰ ਹੋਸ਼ ਹੀ ਨਾ ਰਿਹਾ ਤੇ ਥੋੜ੍ਹੀ ਦੇਰ ਬਾਅਦ ਮੈਂ ਫਿਰ ਗੂੜ੍ਹੀ ਨੀਂਦ ਵਿੱਚ ਸੌਂ ਗਈ।
ਸਵੇਰੇ ਜਦ ਮੇਰੀ ਅੱਖ ਖੁੱਲੀ ਤਾਂ 10 ਵੱਜ ਚੁੱਕੇ ਸੀ। ਮੇਰੇ ਹੋਸ਼ ਉੱਡ ਗਏ। ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਨੂੰ ਇਸ ਤਰ੍ਹਾਂ ਨੀਂਦ ਕਿਵੇਂ ਆ ਸਕਦੀ ਹੈ। ਮੈਂ ਸੋਚਿਆ ਕਿ ਅਮਿਤ ਹੁਣ ਮੇਰੇ ਨਾਲ ਹੋਰ ਵੀ ਨਾਰਾਜ਼ ਹੋ ਜਾਣਗੇ। ਮੈਂ ਜਲਦੀ ਨਾਲ ਨਹਾ ਕੇ ਤਿਆਰ ਹੋ ਗਈ। ਜਦ ਕਮਰੇ ਤੋਂ ਬਾਹਰ ਨਿਕਲੀ ਤਾਂ ਮੇਰੇ ਪਤੀ ਗੁੱਸੇ ਨਾਲ ਮੇਰੀ ਸੱਸ ਨੂੰ ਕਹਿ ਰਹੇ ਸੀ ਕਿ ਤੁਸੀਂ ਕਿਹੋ ਜਿਹੀ ਲੜਕੀ ਨਾਲ ਮੇਰਾ ਵਿਆਹ ਕਰ ਦਿੱਤਾ, ਜਿਸ ਨੂੰ ਸੌਣ ਤੇ ਉੱਠਣ ਦਾ ਪਤਾ ਨਹੀਂ। ਮੈਂ ਇਹੋ ਜਿਹੀ ਕੁੜੀ ਨਾਲ ਸਾਰੀ ਜ਼ਿੰਦਗੀ ਕਿਵੇਂ ਕੱਟ ਸਕਦਾ ਹਾਂ। ਇਸ ਨੂੰ ਇਹ ਵੀ ਨਹੀਂ ਪਤਾ ਕਿ ਔਰਤਾਂ ਸਵੇਰ ਵੇਲੇ ਉੱਠ ਕੇ ਘਰ ਦਾ ਸਾਰਾ ਕੰਮਕਾਰ ਕਰਦੀਆਂ ਹਨ। ਤੁਸੀਂ ਸਵੇਰ ਦੇ ਘਰ ਦਾ ਸਾਰਾ ਕੰਮ ਕਰ ਰਹੇ ਹੋ ਤੇ ਉਹ ਮਹਾਰਾਣੀ ਬਣ ਕੇ ਸੌਂ ਰਹੀ ਹੈ। ਜੇ ਇਹੀ ਹਾਲ ਰਿਹਾ ਤਾਂ ਮੈਂ ਤੁਹਾਡੀ ਲਾਡਲੀ ਬਹੂ ਨੂੰ ਇਸ ਘਰ ਵਿੱਚ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦਾ। ਅਮਿਤ ਦੀ ਇਹ ਗੱਲ ਸੁਣ ਕੇ ਮੈਂ ਘਬਰਾ ਗਈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਮਿਤ ਇੰਨੇ ਸਖਤ ਹੋਣਗੇ। ਇਸ ਤੋਂ ਅੱਗੇ ਸੁਣਨ ਦੀ ਮੇਰੀ ਕੋਈ ਹਿੰਮਤ ਨਹੀਂ ਸੀ ਤੇ ਮੈਂ ਚੁੱਪਚਾਪ ਰਸੋਈ ਵਿੱਚ ਚਲੀ ਗਈ। ਮੇਰੀ ਸੱਸ ਸਵੇਰ ਤੋਂ ਸੱਚਮੁੱਚ ਹੀ ਕੰਮ ਵਿੱਚ ਲੱਗੀ ਹੋਈ ਸੀ, ਕਿਉਂਕਿ ਰਸੋਈ ਵੀ ਪੂਰੀ ਤਰ੍ਹਾਂ ਸਾਫ਼ ਸੀ ਤੇ ਖਾਣਾ ਵੀ ਬਣਿਆ ਹੋਇਆ ਸੀ। ਮੈਂ ਅਮਿਤ ਦੇ ਨਾਲ ਨਾਲ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਵੀ ਗਿਰ ਰਹੀ ਸੀ ਤੇ ਮੈਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ। ਪਤਾ ਨਹੀਂ ਮੈਨੂੰ ਕੀ ਹੋ ਗਿਆ। ਘਰ ਦਾ ਸਾਰਾ ਕੰਮ ਮੇਰੀ ਸੱਸ ਨੇ ਕਰ ਲਿਆ ਸੀ, ਇਸ ਲਈ ਸ਼ਾਇਦ ਅਮਿਤ ਇੰਨਾ ਜ਼ਿਆਦਾ ਗੁੱਸੇ ਸੀ। ਫਿਰ ਉਹ ਛੱਤ 'ਤੇ ਚਲੇ ਗਏ, ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਉਹਨਾਂ ਦੇ ਪਿੱਛੇ ਛੱਤ 'ਤੇ ਨਹੀਂ ਆ ਸਕਦੀ। ਮੈਂ ਸਾਰਾ ਦਿਨ ਰੋਂਦੀ ਰਹੀ। ਮੈਨੂੰ ਨਾ ਤਾਂ ਅਮਿਤ ਦਾ ਸਾਥ ਨਸੀਬ ਹੋਇਆ ਤੇ ਨਾ ਹੀ ਮੈਂ ਉਸ ਦੇ ਦਿਲ ਵਿੱਚ ਜਗ੍ਹਾ ਬਣਾ ਸਕੀ। ਤੇ ਅਮਿਤ ਦੀਆਂ ਗੱਲਾਂ ਨੇ ਮੈਨੂੰ ਸਾਫ਼ ਦੱਸ ਦਿੱਤਾ ਸੀ ਕਿ ਜੇ ਮੈਂ ਕੋਈ ਗਲਤੀ ਕੀਤੀ ਤਾਂ ਉਸ ਨੇ ਮੈਨੂੰ ਘਰ ਤੋਂ ਕੱਢ ਦੇਣਾ। ਉੱਧਰ ਮੇਰੀ ਮੰਮੀ ਦਾ ਫੋਨ ਵਾਰ-ਵਾਰ ਆ ਰਿਹਾ ਸੀ। ਜਿਵੇਂ ਕਿ ਰਸਮ ਹੁੰਦੀ ਹੈ ਕਿ ਵਿਆਹ ਤੋਂ ਬਾਅਦ 1 ਹਫ਼ਤੇ ਪੇਕੇ ਘਰ ਜਾਣਾ ਹੁੰਦਾ ਹੈ। ਮੇਰਾ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ, ਕਿਉਂਕਿ ਅਮਿਤ ਵੀ ਨਾਰਾਜ਼ ਸਨ। ਅਜਿਹੇ ਮਾਹੌਲ ਵਿੱਚ ਜੇ ਮੈਂ ਚਲੀ ਜਾਂਦੀ ਤਾਂ ਸ਼ਾਇਦ ਉਹ ਮੇਰੇ ਨਾਲ ਕਦੇ ਗੱਲ ਨਾ ਕਰਦੇ। ਰਾਤ ਦੇ ਸਮੇਂ ਅਮਿਤ ਕਮਰੇ ਵਿੱਚ ਆਏ। ਮੈਂ ਹੈਰਾਨ ਹੋਈ ਕਿ ਉਹ ਅਚਾਨਕ ਕਿਵੇਂ ਠੀਕ ਹੋ ਗਏ। ਮੇਰੇ ਕੋਲ ਬੈਠ ਕੇ ਪੁੱਛਣ ਲੱਗੇ ਕਿ ਤੇਰੀ ਮੰਮੀ ਦਾ ਫੋਨ ਆਇਆ ਸੀ, ਕੀ ਕਹਿੰਦੇ? ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਐਵੇਂ ਕਹਿੰਦੇ ਨੇ। ਤਾਂ ਅਮਿਤ ਨੇ ਕਿਹਾ ਕਿ ਠੀਕ ਹੈ, ਇਹ ਤਾਂ ਵਧੀਆ ਗੱਲ ਹੈ, ਤੂੰ ਚਲੇ ਜਾ, ਨਹੀਂ ਤਾਂ ਮੰਮੀ ਕਹਿਣਗੇ ਕਿ ਮੈਂ ਨਹੀਂ ਆਉਣ ਦਿੱਤਾ। ਕੱਲ੍ਹ ਤੋਂ ਮੈਂ ਵੀ ਡਿਊਟੀ 'ਤੇ ਜਾਣਾ ਹੈ। ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਵਾਂਗਾ। ਤੂੰ 5-7 ਦਿਨ ਉੱਥੇ ਜਾ ਆਈ ਤੇ ਮੰਮੀ ਨੂੰ ਵੀ ਨਾਲ ਲੈ ਜਾਵੀਂ। ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਅੱਗੇ ਤੋਂ ਉਹਨਾਂ ਨੂੰ ਕੁਝ ਵੀ ਕਹਿੰਦੀ, ਇਸ ਲਈ ਮੈਂ ਜਾਣ ਲਈ ਮੰਨ ਗਈ। ਉਹਨਾਂ ਨੇ ਫਿਰ ਤੋਂ ਜਲੇਬੀ ਕੱਢੀ ਤੇ ਮੇਰੇ ਮੂੰਹ ਵਿੱਚ ਹੀ ਪਾ ਦਿੱਤੀ ਤੇ ਮੈਨੂੰ ਕਹਿੰਦੇ ਕਿ ਇਹ ਸ਼ਹਿਰ ਦੇ ਸਭ ਤੋਂ ਮਸ਼ਹੂਰ ਹਲਵਾਈ ਦੀ ਜਲੇਬੀ ਹੈ। ਮੈਂ ਉਹਨਾਂ ਦੇ ਇਸ ਰਵੱਈਏ ਤੋਂ ਬਹੁਤ ਪਰੇਸ਼ਾਨ ਸੀ। ਉਹ ਜਿੰਨਾ ਸਖਤ ਸਨ ਓਨਾ ਹੀ ਪਿਆਰ ਕਰਨ ਵਾਲੇ ਵੀ। ਉਹਨਾਂ ਦਾ ਗੁੱਸਾ ਵੀ ਜਾਇਜ਼ ਸੀ। ਉਹ ਮੇਰੀ ਵਜ੍ਹਾ ਨਾਲ ਗੁੱਸੇ ਸਨ। ਅਮਿਤ ਨੇ ਕਿਹਾ ਕਿ ਮੈਂ ਮੰਮੀ ਨੂੰ ਦੱਸ ਕੇ ਆਉਣਾ ਕਿ ਤੂੰ ਕੱਲ੍ਹ ਜਾਣਾ, ਮੇਰਾ ਇੰਤਜ਼ਾਰ ਕਰੀ। ਮੈਂ ਸੋਚਿਆ ਕਿ ਚਾਹੇ ਜੋ ਵੀ ਹੋ ਜਾਵੇ, ਮੈਂ ਅੱਜ ਨਹੀਂ ਸੌਣਾ। ਮੈਂ ਉਸ ਦਾ ਇੰਤਜ਼ਾਰ ਕਰਨ ਲੱਗੀ, ਪਰ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਜਦ ਸਵੇਰੇ ਮੇਰੀ ਅੱਖ ਖੁੱਲੀ ਤਾਂ ਅਮਿਤ ਸ਼ਹਿਰ ਵੱਲ ਜਾ ਚੁੱਕੇ ਸੀ। ਮੈਨੂੰ ਖੁਦ ਪਰ ਬਹੁਤ ਗੁੱਸਾ ਆ ਰਿਹਾ ਸੀ ਤੇ ਰੋਣਾ ਵੀ। ਵਿਆਹ ਤੋਂ 1 ਹਫ਼ਤਾ ਬਾਅਦ ਵੀ ਮੈਂ ਅਮਿਤ ਨਾਲ ਕੋਈ ਰਿਸ਼ਤਾ ਨਹੀਂ ਬਣਾ ਸਕੀ ਤੇ ਅਮਿਤ ਦੇ ਗੁੱਸੇ ਦੀ ਵਜ੍ਹਾ ਸਿਰਫ ਮੈਂ ਹੀ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਮੇਰੇ ਕੱਪੜੇ ਗਿੱਲੇ ਕਿਵੇਂ ਹੋ ਜਾਂਦੇ ਹਨ। ਸ਼ਾਇਦ ਉਹ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹੋਣਗੇ। ਜਦੋਂ ਮੈਂ ਤਿਆਰ ਹੋ ਕੇ ਕਮਰੇ ਵਿੱਚੋਂ ਨਿਕਲੀ ਤਾਂ ਮੇਰੀ ਸੱਸ ਵੀ ਤਿਆਰ ਹੋ ਚੁੱਕੀ ਸੀ ਜਾਣ ਲਈ। ਉਹਨਾਂ ਨੇ ਮੈਨੂੰ ਕਿਹਾ ਕਿ ਅਮਿਤ ਤਾਂ ਜਾ ਚੁੱਕਿਆ ਹੈ। ਫਿਰ ਅਸੀਂ ਦੋਨੋਂ ਮੇਰੇ ਪੇਕਿਆਂ ਨੂੰ ਜਾਣ ਲਈ ਨਿਕਲ ਪਈਆਂ, ਪਰ ਮੇਰਾ ਦਿਲ ਤਾਂ ਅਮਿਤ ਦੇ ਨਾਲ ਹੀ ਚਲਾ ਗਿਆ। ਮੇਰੇ ਘਰ ਦੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੇਰੀ ਛੋਟੀ ਭੈਣ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ, ਪਰ ਮੇਰਾ ਉੱਥੇ ਮਨ ਨਹੀਂ ਲੱਗ ਰਿਹਾ ਸੀ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਮੈਂ ਜਦੋਂ ਦੀ ਆਪਣੀ ਮਾਂ ਦੇ ਘਰ ਆਈ ਸੀ, ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਜਦਕਿ ਅਮਿਤ ਦੇ ਕਮਰੇ ਵਿੱਚ ਆਉਂਦੇ ਹੀ ਮੈਂ ਗਹਿਰੀ ਨੀਂਦ ਵਿੱਚ ਸੌਂ ਜਾਂਦੀ ਸੀ। ਚਲੋ, ਜਿਵੇਂ ਕਿਵੇਂ 1 ਹਫ਼ਤਾ ਲੰਘ ਗਿਆ ਤੇ ਮੈਂ ਆਪਣੀ ਸੱਸ ਨਾਲ ਵਾਪਸ ਘਰ ਆ ਗਈ। ਅਮਿਤ ਸ਼ਾਇਦ ਕੱਲ੍ਹ ਜਲਦੀ ਹੀ ਘਰ ਆ ਗਏ ਸਨ। ਅਸੀਂ ਦੁਪਹਿਰ ਵੇਲੇ ਘਰ ਪਹੁੰਚ ਗਏ ਸੀ। ਅਮਿਤ ਘਰ ਵਿੱਚ ਹੀ ਸੀ। ਅਮਿਤ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ। ਮੈਂ ਆਪਣਾ ਸਮਾਨ ਰੱਖਣ ਲਈ ਆਪਣੇ ਕਮਰੇ ਵਿੱਚ ਚਲੀ ਗਈ ਤੇ ਅਮਿਤ ਮੇਰੀ ਸੱਸ ਨੂੰ ਮਿਲਣ ਉਹਨਾਂ ਦੇ ਕਮਰੇ ਵਿੱਚ ਚਲੇ ਗਏ। ਮੈਂ ਸੋਚਿਆ ਕਿ ਮੈਂ ਵੀ ਮੰਮੀ ਜੀ ਤੇ ਅਮਿਤ ਨਾਲ ਕੁਝ ਚਿਰ ਬੈਠ ਕੇ ਗੱਲਾਂ ਕਰ ਲੈਂਦੀ ਹਾਂ, ਫਿਰ ਘਰ ਦੇ ਕੰਮਕਾਜ ਕਰ ਲਵਾਂਗੀ।
ਮੈਂ ਸਮਾਨ ਰੱਖ ਕੇ ਉਹਨਾਂ ਦੇ ਕਮਰੇ ਵਿੱਚ ਜਾ ਹੀ ਰਹੀ ਸੀ ਕਿ ਮੈਨੂੰ ਮੇਰੀ ਸੱਸ ਦੀਆਂ ਗੱਲਾਂ ਨੇ ਹੈਰਾਨ ਕਰ ਦਿੱਤਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਘਰ ਉਜਾੜਨ ਵਾਲੀ ਮੇਰੀ ਸੱਸ ਹੀ ਹੈ, ਕੋਈ ਹੋਰ ਨਹੀਂ। ਉਹ ਗੁੱਸੇ ਨਾਲ ਅਮਿਤ ਨੂੰ ਕਹਿ ਰਹੀ ਸੀ ਕਿ ਮੈਂ ਜਾਂਦੇ ਸਮੇਂ ਤੈਨੂੰ ਕਿਹਾ ਸੀ ਕਿ ਸਾਡੇ ਵਾਪਸ ਆਉਣ ਤੱਕ ਤਲਾਕ ਦੇ ਕਾਗਜ਼ ਤਿਆਰ ਕਰ ਲਈ। ਤੈਨੂੰ ਕੋਈ ਹੋਸ਼ ਨਹੀਂ ਹੈ। ਮੈਂ ਖੁਦ ਦੇਖਿਆ ਕਿ ਤੇਰੀ ਪਤਨੀ ਕਿੰਨੀ ਗਲਤ ਹੈ। ਅਮਿਤ ਨੇ ਕਿਹਾ ਕਿ ਉਹ ਮੇਰੀ ਪਤਨੀ ਹੈ, ਮੈਂ ਉਸਨੂੰ ਤਲਾਕ ਕਿਵੇਂ ਦੇ ਦੇਵਾਂ? ਉਹ ਚਾਹੇ ਗਲਤ ਹੋਵੇ ਪਰ ਮੈਂ ਉਸਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦਾ। ਅਮਿਤ ਮੇਰੇ ਲਈ ਪਿਆਰ ਦੀ ਗੱਲ ਕਰ ਰਹੇ ਸੀ ਪਰ ਮੇਰੀ ਸੱਸ ਮੇਰੀਆਂ ਬੁਰਾਈਆਂ ਕਰ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਮੇਰੀ ਸੱਸ ਮੈਨੂੰ ਇੰਨੇ ਚਾਅ ਨਾਲ ਵਿਆਹ ਕੇ ਲਿਆਈ ਸੀ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ, ਜਦ ਕਿ ਮੇਰੇ ਪਤੀ ਇੰਨੇ ਸਖਤ ਸੀ ਤੇ ਉਹ ਪਿਆਰ ਭਰੀਆਂ ਗੱਲਾਂ ਕਰ ਰਹੇ ਸੀ ਅਤੇ ਮੇਰੇ ਲਈ ਆਪਣੀ ਮਾਂ ਨਾਲ ਲੜ ਰਹੇ ਸੀ। ਮੈਂ ਇਹਨਾਂ ਗੱਲਾਂ ਤੋਂ ਪੂਰੀ ਤਰ੍ਹਾਂ ਉਲਝ ਗਈ ਕਿ ਕੌਣ ਸਹੀ ਹੈ ਤੇ ਕੌਣ ਗਲਤ। ਫਿਰ ਜਦੋਂ ਰਾਤ ਦੇ ਸਮੇਂ ਮੇਰੇ ਪਤੀ ਮੇਰੇ ਕਮਰੇ ਵਿੱਚ ਆਏ ਤਾਂ ਮੇਰਾ ਜਲੇਬੀ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਸੀ। ਮੈਂ ਅਮਿਤ ਦੇ ਹੱਥ ਤੋਂ ਜਲੇਬੀ ਫੜ ਤਾਂ ਲਈ, ਐਨੇ ਨੂੰ ਅਮਿਤ ਨੂੰ ਮੰਮੀ ਨੇ ਹਾਕ ਮਾਰ ਲਈ ਤਾਂ ਉਹ ਕਮਰੇ 'ਚੋਂ ਚਲੇ ਗਏ। ਐਨੇ ਨੂੰ ਉਹ ਜਲੇਬੀ ਮੈਂ ਲੁਕੋ ਕੇ ਰੱਖ ਦਿੱਤੀ ਤੇ ਆਪ ਅੱਖਾਂ ਮੀਚ ਕੇ ਪੈ ਗਈ। ਜਦ ਮੇਰੇ ਪਤੀ ਕਮਰੇ ਵਿੱਚ ਆਏ ਤਾਂ ਜੋ ਮੈਂ ਦੇਖਿਆ ਉਸ ਨਾਲ ਮੇਰੀ ਜਾਨ ਹੀ ਨਿਕਲ ਗਈ। ਅਮਿਤ ਨੇ ਜੱਗ ਭਰ ਕੇ ਪਾਣੀ ਦਾ ਮੇਰੇ 'ਤੇ ਡੋਲ ਦਿੱਤਾ ਪਰ ਮੈਂ ਆਪਣੀਆਂ ਅੱਖਾਂ ਨਹੀਂ ਖੋਲ੍ਹੀਆਂ। ਅੱਜ ਮੈਂ ਸਭ ਸੱਚ ਜਾਣਨਾ ਚਾਹੁੰਦੀ ਸੀ। ਅਮਿਤ ਕਿਸੇ ਨੂੰ ਆਵਾਜ਼ ਦੇ ਕੇ ਕਹਿ ਰਹੇ ਸੀ ਕਿ ਅੰਦਰ ਆ ਜਾ, ਇਹ ਹੁਣ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕੀ ਹੈ। ਥੋੜ੍ਹੀ ਦੇਰ ਬਾਅਦ ਇੱਕ ਬਹੁਤ ਸੋਹਣੀ ਜਿਹੀ ਕੁੜੀ ਕਮਰੇ ਵਿੱਚ ਆਈ ਤੇ ਉਹ ਮੇਰੇ ਬੈੱਡ 'ਤੇ ਅਮਿਤ ਕੋਲ ਬੈਠ ਗਈ ਤੇ ਉਹ ਜਿਸ ਤਰ੍ਹਾਂ ਦੋਨੋਂ ਇੱਕ ਸਾਥ ਸੀ, ਮੇਰੀ ਜਾਨ ਨਿਕਲ ਗਈ। ਇਸ ਤੋਂ ਵੱਧ ਬਰਦਾਸ਼ਤ ਕਰਨ ਦੀ ਮੇਰੇ 'ਚ ਹਿੰਮਤ ਨਹੀਂ ਸੀ। ਠੰਡੇ ਪਾਣੀ ਨਾਲ ਮੈਂ ਕੰਬ ਰਹੀ ਸੀ। ਮੈਂ ਉੱਠ ਕੇ ਬੈਠ ਗਈ। ਮੈਨੂੰ ਜਾਗਦਾ ਹੋਇਆ ਦੇਖ ਕੇ ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਮੈਂ ਅਮਿਤ ਵੱਲ ਗੁੱਸੇ ਨਾਲ ਦੇਖਿਆ ਤੇ ਪੁੱਛਿਆ ਕਿ ਇਹ ਲੜਕੀ ਕੌਣ ਹੈ? ਮੈਨੂੰ ਸੱਚ ਦੱਸੋ। ਉਹ ਜਲੇਬੀ ਜਿਹੜੀ ਤੁਸੀਂ ਮੈਨੂੰ ਖਿਲਾਉਂਦੇ ਸੀ ਉਸ ਵਿੱਚ ਕੀ ਸੀ ਜੋ ਮੈਂ ਆਪਣੇ ਹੋਸ਼ ਖੋ ਬੈਠਦੀ ਸੀ? ਮੇਰੇ ਨਾਲ ਇਹ ਸਭ ਕਿਉਂ ਕੀਤਾ? ਮੈਨੂੰ ਐਨਾ ਵੱਡਾ ਧੋਖਾ ਕਿਉਂ ਦਿੱਤਾ? ਮੈਂ ਐਨੀ ਗੁੱਸੇ ਵਿੱਚ ਸੀ ਕਿ ਮੈਂ ਸਵਾਲ ਤੇ ਸਵਾਲ ਪੁੱਛ ਰਹੀ ਸੀ। ਅਮਿਤ ਨੀਵੀਂ ਪਾਈ ਬੈਠੇ ਸੀ ਤੇ ਕਹਿਣ ਲੱਗੇ ਕਿ ਇਹ ਮੇਰੀ ਪਤਨੀ ਨਿਸ਼ਾ ਹੈ। ਮੈਂ ਆਪਣੇ ਵਿਆਹ ਤੋਂ 2 ਦਿਨ ਪਹਿਲਾਂ ਹੀ ਮੈਂ ਇਸ ਨੂੰ ਵਿਆਹ ਕੇ ਲਿਆਇਆ ਸੀ। ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਮੇਰੀ ਮੰਮੀ ਨਹੀਂ ਮੰਨੀ ਤੇ ਉਹਨਾਂ ਨੇ ਮੇਰਾ ਰਿਸ਼ਤਾ ਜ਼ਬਰਦਸਤੀ ਤੇਰੇ ਨਾਲ ਕਰਵਾ ਦਿੱਤਾ। ਅਮਿਤ ਕਹਿ ਰਹੇ ਸੀ ਕਿ ਆਪਣੇ ਵਿਆਹ ਨੂੰ ਰੋਕਣ ਲਈ ਮੈਂ ਇਸ ਨੂੰ 2 ਦਿਨ ਪਹਿਲਾਂ ਵਿਆਹ ਕੇ ਲੈ ਕੇ ਆਇਆ ਸੀ। ਮੈਂ ਸੋਚਿਆ ਸੀ ਕਿ ਇਸ ਨੂੰ ਵਿਆਹ ਕੇ ਲਿਆਉਣ ਨਾਲ ਮੰਮੀ ਆਪਣਾ ਵਿਆਹ ਨਹੀਂ ਕਰਵਾਉਣਗੇ ਪਰ ਉਹਨਾਂ ਦੀ ਮੰਮੀ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਹਨਾਂ ਨੇ ਅਮਿਤ 'ਤੇ ਦਬਾਅ ਪਾਇਆ ਕਿ ਉਹ ਉਸ ਲੜਕੀ ਨੂੰ ਤਲਾਕ ਦੇ ਦੇਣ। ਇਸ ਲਈ ਅਮਿਤ ਨੇ ਉਸ ਲੜਕੀ ਨੂੰ ਛੱਤ ਵਾਲੇ ਕਮਰੇ ਵਿੱਚ ਰੱਖਿਆ ਹੋਇਆ ਸੀ। ਕਿਉਂਕਿ ਸਾਡੇ ਪਿੰਡ ਵਿੱਚ ਔਰਤਾਂ ਨੂੰ ਛੱਤ 'ਤੇ ਜਾਣਾ ਮਨ੍ਹਾ ਸੀ, ਇਸ ਕਰਕੇ ਉਹ ਜਾਣਦੇ ਸੀ ਕਿ ਮੈਂ ਉਹਨਾਂ ਦੇ ਪਿੱਛੇ ਛੱਤ 'ਤੇ ਨਹੀਂ ਜਾ ਸਕਦੀ। ਅਮਿਤ ਜਾਣ-ਬੁੱਝ ਕੇ ਜਲੇਬੀ ਵਿੱਚ ਨਸ਼ੇ ਦੀ ਦਵਾਈ ਮਿਲਾਉਂਦੇ ਸਨ ਤਾਂ ਕਿ ਮੈਂ ਗੂੜ੍ਹੀ ਨੀਂਦ ਸੌਂ ਜਾਵਾਂ ਤੇ ਉਹ ਆਪਣੀ ਪਤਨੀ ਨਾਲ ਮੇਰੇ ਹੀ ਕਮਰੇ ਵਿੱਚ ਵਕਤ ਗੁਜ਼ਾਰ ਸਕਣ। ਅਮਿਤ ਕਹਿ ਰਹੇ ਸੀ ਕਿ ਨਿਸ਼ਾ ਸ਼ਹਿਰ ਵਿੱਚ ਨੌਕਰੀ ਕਰਦੀ ਸੀ ਤੇ ਇਸ ਲਈ ਮੰਮੀ ਨੂੰ ਇਹ ਚੰਗੀ ਨਹੀਂ ਲੱਗਦੀ ਸੀ ਤੇ ਉਹ ਮੈਨੂੰ ਵਾਰ-ਵਾਰ ਇਸ ਨੂੰ ਤਲਾਕ ਦੇਣ ਲਈ ਕਹਿ ਰਹੇ ਸਨ। ਪਰ ਨਿਸ਼ਾ ਮੇਰਾ ਪਹਿਲਾ ਪਿਆਰ ਹੈ। ਮੰਮੀ ਨੇ ਮੈਨੂੰ ਸੁਸਾਈਡ ਦੀ ਧਮਕੀ ਦਿੱਤੀ ਸੀ ਤਾਂ ਹੀ ਮੈਂ ਤੇਰੇ ਨਾਲ ਵਿਆਹ ਕੀਤਾ ਸੀ। ਅਮਿਤ ਨਿਸ਼ਾ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡ ਸਕਦਾ ਸੀ, ਇਹ ਤਾਂ ਮੈਨੂੰ ਯਕੀਨ ਸੀ। ਅਮਿਤ ਨੇ ਮੈਨੂੰ ਸਾਰਾ ਸੱਚ ਦੱਸ ਦਿੱਤਾ ਸੀ। ਇਸ ਤੋਂ ਬਾਅਦ ਮੇਰੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਸੀ। ਮੈਂ ਸਮਝ ਗਈ ਸੀ ਕਿ ਉਸ ਦਿਨ ਮੇਰੀ ਸੱਸ ਨਿਸ਼ਾ ਤੇ ਅਮਿਤ ਦੇ ਤਲਾਕ ਦੀ ਗੱਲ ਕਰ ਰਹੀ ਸੀ, ਜਿਸ ਨੂੰ ਮੈਂ ਗਲਤ ਸਮਝ ਗਈ ਸੀ। ਮੇਰੀ ਬਰਬਾਦੀ ਦੇ ਪਿੱਛੇ ਸਿਰਫ ਮੇਰੇ ਪਤੀ ਦਾ ਹੱਥ ਨਹੀਂ ਸੀ, ਸਗੋਂ ਮੇਰੀ ਸੱਸ ਦਾ ਵੀ ਹੱਥ ਸੀ। ਉਹਨਾਂ ਨੇ ਜਾਣਦੇ ਹੋਏ ਵੀ ਕਿ ਉਹਨਾਂ ਦਾ ਬੇਟਾ ਕਿਸੇ ਹੋਰ ਨੂੰ ਪਸੰਦ ਕਰਦਾ ਹੈ, ਮੇਰੇ ਨਾਲ ਵਿਆਹ ਕਰਵਾਇਆ। ਹੁਣ ਅਜਿਹੇ ਇਨਸਾਨ ਨਾਲ ਮੈਂ ਇੱਕ ਪਲ ਵੀ ਨਹੀਂ ਰਹਿ ਸਕਦੀ ਸੀ ਜਿਹੜਾ ਕਿਸੇ ਹੋਰ ਨੂੰ ਚਾਹੁੰਦਾ ਹੋਵੇ। ਉਹਦੀ ਖਾਤਰ ਮੈਨੂੰ ਨਸ਼ੇ ਵਾਲੀ ਜਲੇਬੀ ਖਿਲਾ ਸਕਦਾ ਹੈ। ਮੈਂ ਆਪਣਾ ਸਮਾਨ ਪੈਕ ਕਰ ਲਿਆ ਤੇ ਆਪਣੀ ਸੱਸ ਨੂੰ ਫਤਿਹ ਬੁਲਾ ਕੇ ਆਪਣੇ ਪਿੰਡ ਲਈ ਚੱਲ ਪਈ। ਮੇਰੀ ਸੱਸ ਨੇ ਮੈਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਮੈਨੂੰ ਵਾਰ-ਵਾਰ ਯਕੀਨ ਦਿਵਾ ਰਹੀ ਸੀ ਕਿ ਅਮਿਤ ਨਿਸ਼ਾ ਨੂੰ ਛੱਡ ਦੇਵੇਗਾ ਤੇ ਤੇਰਾ ਹੋ ਜਾਵੇਗਾ। ਪਰ ਮੈਂ ਅਜਿਹੇ ਇਨਸਾਨ ਨਾਲ ਨਹੀਂ ਰਹਿ ਸਕਦੀ ਸੀ ਜਿਹੜਾ ਕਿ ਮੈਨੂੰ ਪਿਆਰ ਨਹੀਂ ਕਰਦਾ। ਮੈਂ ਆਪਣੇ ਮਾਂ-ਬਾਪ ਨੂੰ ਕਹਿ ਕੇ ਉਸ ਨੂੰ ਤਲਾਕ ਲੈ ਲਿਆ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਰਿਸ਼ਤਾ ਕਾਮਯਾਬ ਹੋਵੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ।
ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਧੰਨਵਾਦ ਜੀ।